ਚੜ੍ਹਦੀ ਕਲਾ ਫਾਸਟ ਨਿਊਜ਼। ਸਤਿ ਸ਼੍ਰੀ ਅਕਾਲ। ਫਾਸਟ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਫਟਾਫਟ ਅੰਦਾਜ਼ ਦੇ ਵਿੱਚ। ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੂੰ ਚਿੱਠੀ ਲਿਖ ਕੇ ਸ਼੍ਰੀ ਅਨੰਦਪੁਰ ਸਾਹਿਬ ਗੁਰਦੁਆਰੇ 'ਚ ਸਿਗਰਟ ਸੁੱਟਣ ਦੀ ਬੇਅਦਬੀ ਦੀ ਘਟਨਾ ਦੀ ਅੱਗੇ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਲਾਲਪੁਰਾ ਨੇ ਚਿੱਠੀ 'ਚ ਕਿਹਾ ਕਿ ਜਿਸਨੇ ਬੀਤੇ ਸਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਉਹ 2019 'ਚ ਵੀ ਪੰਜਾਬ ਦੇ ਇੱਕ ਡੇਰੇ 'ਚ ਅਜਿਹੀ ਹੀ ਕੁਤਾਹੀ ਕਰ ਚੁੱਕਿਆ। ਦੋਸ਼ੀ ਦਾ ਇਰਾਦਾ ਕੀ ਸੀ, ਇਸ ਦੀ ਪੇਸ਼ੇਵਰ ਤਰੀਕੇ ਨਾਲ ਤੇ ਵਿਸਥਾਰ ਨਾਲ ਜਾਂਚ ਜ਼ਰੂਰੀ ਹੈ। ਉਹਨਾਂ ਕਿਹਾ ਕਿ ਪੰਜਾਬ ਤੋਂ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਰਿਪੋਰਟ ਨੂੰ ਜਾਂਚਣ ਤੋਂ ਬਾਅਦ ਕਮਿਸ਼ਨ ਨੇ ਪਾਇਆ ਕਿ ਕੁਝ ਬਿੰਦੂਆਂ ਤੇ ਹੋਰ ਜਾਂਚ ਦੀ ਲੋੜ ਹੈ, ਕਿਉਂਕਿ ਇਹ ਦੇਸ਼ ਹੀ ਨਹੀਂ ਸਗੋਂ ਦੁਨੀਆ ਭਰ ਦੇ ਸਿੱਖਾਂ ਨਾਲ ਭਾਵਨਾਤਮਕ ਰੂਪ ਨਾਲ ਜੁੜਿਆ ਬੇहद ਅਹਿਮ ਮਾਮਲਾ ਹੈ। ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਮਾਰਗ ਤੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ, ਇੱਕ ਨੌਜਵਾਨ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖਚੇ ਉੱਡ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮੱਲਣ ਨਾਲ ਸੰਬੰਧਿਤ ਤਿੰਨ ਨੌਜਵਾਨ ਮਨਪ੍ਰੀਤ ਸਿੰਘ ਮਨੀ, ਇੰਦਰਜੀਤ ਸਿੰਘ ਤੇ ਕਰਨ ਆਪਣੀ ਹੋਂਡਾ ਸਿਟੀ ਕਾਰ ਨੰਬਰ PB290501 ਰਾਹੀਂ ਪਿੰਡ ਮੱਲਣ ਤੋਂ ਸ਼੍ਰੀ ਮੁਕਤਸਰ ਸਾਹਿਬ ਵੱਲ ਆ ਰਹੇ ਸਨ ਕਿ ਬਠਿੰਡਾ ਰੋਡ ਤੇ ਇੱਕ ਨਿੱਜੀ ਸਕੂਲ ਨੇੜੇ ਉਹਨਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੇ ਕਾਰਜੀ ਬੱਸ ਸਟੈਂਡ ਵਿੱਚ ਟਕਰਾ ਗਈ ਤੇ ਹਾਦਸਾ ਵਾਪਰ ਗਿਆ। ਇੱਕ ਪਾਸੇ ਮੀਂਹ ਦੀ ਝੜੀ ਲੱਗੀ ਹੈ, ਦੂਜੇ ਪਾਸੇ ਲੁਧਿਆਣਾ ਵਿੱਚ ਵਾਰਦਾਤਾਂ ਦੀ ਝੜੀ ਲੱਗੀ ਹੋਈ ਹੈ। ਲੁਟੇਰਿਆਂ ਨੇ ਕਰਫਿਊ 'ਚ 3 ਦਿਨਾਂ ਵਿੱਚ 3 ਵੱਡੀਆਂ ਵਾਰਦਾਤਾਂ ਕਰਕੇ ਲੁਧਿਆਣਾ ਵਿੱਚ ਵਾਰਦਾਤਾਂ ਦੀ ਹੈਟ੍ਰਿਕ ਮਾਰੀ ਹੈ। ਪਹਿਲੀ ਵਾਰਦਾਤ ਵਿੱਚ ਨੇਪਾਲੀ ਨੌਕਰ ਨੇ ਆਪਣੇ ਮਾਲਕ ਨੂੰ ਬੇਹੋਸ਼ ਕਰਕੇ ਲੱਖਾਂ ਰੁਪਏ ਲੁੱਟੇ, ਜਦੋਂ ਕਿ ਦੂਜੀ ਵਾਰਦਾਤ ਵਿੱਚ ਗਨ ਪੁਆਇੰਟ ਤੇ ਪੈਟਰੋਲ ਪੰਪ ਲੁੱਟ ਲਿਆ ਗਿਆ। ਹੁਣ ਤੀਜੀ ਵਾਰਦਾਤ ਵਿੱਚ ਬਾਈਕ ਸਵਾਰ 3 ਲੁਟੇਰਿਆਂ ਨੇ ਹਥਿਆਰਾਂ ਦੇ ਜ਼ੋਰ ਤੇ ਦੋਸਤ ਨਾਲ ਜਾ ਰਹੇ ਵਿਦਿਆਰਥੀ ਤੋਂ ਸਵਿਫਟ ਡਿਜ਼ਾਇਰ ਕਾਰ ਲੁੱਟ ਲਈ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਗਣਤੰਤਰ ਦਿਵਸ ਤੇ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਹਾਈ ਅਲਰਟ ਹੈ। ਖੂਫੀਆ ਏਜੰਸੀਆਂ ਅੱਤਵਾਦੀ ਹਮਲੇ ਦੀ ਸੰਭਾਵਨਾ ਜਤਾ ਰਹੀਆਂ ਨੇ। ਨਨ ਜਬਰ ਜਨਾਹ ਮਾਮਲੇ ਵਿੱਚ ਕੈਥੋਲਿਕ ਬਿਸ਼ਪ ਫ੍ਰੈਂਕੋ ਮੁਲੱਕਲ ਨੂੰ ਬਰੀ ਕਰਨ ਵਾਲੀ ਹੇਠਲੀ ਅਦਾਲਤ ਦੀ ਸੁਣਵਾਈ ਨਾਲ ਸਦਮੇ ਦੀ ਹਾਲਤ 'ਚ ਪੁੱਜੇ ਇਸਤਾਗਾਸਾ ਪੱਖ ਨੇ ਕੇਰਲ ਹਾਈ ਕੋਰਟ 'ਚ ਫੈਸਲੇ ਵਿਰੁੱਧ ਅਪੀਲ ਕਰਨ ਦਾ ਫੈਸਲਾ ਲਿਆ। ਵਿਸ਼ੇਸ਼ ਵਕੀਲ ਜਿਤੇਸ਼ ਬਾਬੂ ਨੇ ਇਸ ਸੰਬੰਧੀ ਕਾਨੂੰਨੀ ਸਲਾਹ ਕੋਟਾਇਮ ਐਸਪੀ ਨੂੰ ਸੌਂਪੀ ਹੈ। ਮਾਮਲੇ 'ਚ ਹੇਠਲੀ ਅਦਾਲਤ 'ਚ ਸੁਣਵਾਈ 105 ਦਿਨਾਂ ਤੱਕ ਚੱਲੀ ਹੈ ਤੇ 39 ਗਵਾਹਾਂ ਤੋਂ ਪੁੱਛਗਿੱਛ ਕੀਤੀ ਗਈ ਤੇ 122 ਦਸਤਾਵੇਜ਼ਾਂ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਰੋਮਨ ਕੈਥੋਲਿਕ ਚਰਚ ਦੇ ਜਲੰਧਰ ਦੇ ਬਿਸ਼ਪ ਫ੍ਰੈਂਕੋ ਮੁਲੱਕਲ ਦੇ ਦੇ ਨਾਲ ਜਬਰ ਜਨਾਹ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਮਹਾਤਮਾ ਗਾਂਧੀ ਦੇ ਪਸੰਦੀਦਾ ਈਸਾਈ ਗੀਤਾਂ ਵਿੱਚੋਂ ਇੱਕ ਅਬਾਈਡ ਵਿਦ ਮੀ ਦੀ ਧੁਨ ਨੂੰ ਇਸ ਸਾਲ 29 ਜਨਵਰੀ ਨੂੰ ਹੋਣ ਵਾਲੇ ਬੀਟਿੰਗ ਰੀਟਰੀਟ ਸਮਾਰੋਹ ਤੋਂ ਹਟਾ ਦਿੱਤਾ ਗਿਆ। ਭਾਰਤੀ ਫੌਜ ਵੱਲੋਂ ਜਾਰੀ ਇੱਕ ਵੇਰਵਾ ਪੁਸਤਕ ਤੋਂ ਇਸ ਦੀ ਜਾਣਕਾਰੀ ਮਿਲੀ ਹੈ। ਸਕਾਟਲੈਂਡ ਦੇ ਐਂਗਲਿਕਨ ਕਵੀ ਹੈਨਰੀ ਫ੍ਰਾਂਸਿਸ ਲਾਈਟ ਵੱਲੋਂ 1847 ਵਿੱਚ ਲਿਖਤ ਅਬਾਈਡ ਵਿਦ ਮੀ 1950 ਤੋਂ ਬੀਟਿੰਗ ਸਟਰੀਟ ਸਮਾਰੋਹ ਦਾ ਹਿੱਸਾ ਰਿਹਾ ਹੈ। ਵੇਰਵਾ ਪੁਸਤਕ 'ਚ ਕਿਹਾ ਗਿਆ ਹੈ ਕਿ ਸਾਲ ਦੇ ਸਮਾਰੋਹ ਦਾ ਸਮਾਪਨ ਸਾਰੇ ਜਹਾਂ ਸੇ ਅੱਛਾ ਦੇ ਨਾਲ ਹੋਵੇਗਾ। ਬੀਟਿੰਗ ਰੀਟਰੀਟ ਅਬਾਈਡ ਵਿਦ ਮੀ ਦੀ ਧੁਨ ਨਾਲ ਖਤਮ ਹੁੰਦਾ ਸੀ। ਵੇਰਵਾ ਪੁਸਤਕ ਵਿੱਚ 26 ਧੁਨਾਂ ਨੂੰ ਵੀ ਸੂਚੀਬੱਧ ਕੀਤਾ ਗਿਆ ਜਿਸ ਸਾਲ ਦੇ ਵਿਜੇ ਚੌਂਕ ਤੇ ਹੋਣ ਵਾਲੇ ਸਮਾਰੋਹ ਵਿੱਚ ਵਜਾਈਆਂ ਜਾਣਗੀਆਂ। ਰਾਜਧਾਨੀ 'ਚ ਕੋਰੋਨਾ ਦੇ ਮਾਮਲਿਆਂ 'ਚ ਫਿਰ ਤੋਂ ਤੇਜ਼ੀ ਦੇਖੀ ਗਈ ਹੈ। ਦਿੱਲੀ ਵਿੱਚ ਇਨਫੈਕਸ਼ਨ ਦੇ 11,000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ 45 ਮਰੀਜ਼ਾਂ ਦੀ ਮੌਤ ਹੋ ਗਈ ਹੈ। ਦਿੱਲੀ ਸਰਕਾਰ ਦੇ ਬਿਆਨ ਮੁਤਾਬਿਕ ਪਿਛਲੇ 24 ਘੰਟਿਆਂ ਵਿੱਚ ਦਿੱਲੀ 'ਚ ਕੋਰੋਨਾ ਦੇ 11,486 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ 45 ਮਰੀਜ਼ਾਂ ਦੀ ਮੌਤ ਹੋਈ। ਉੱਥੇ ਹੀ 14,802 ਲੋਕ ਕੋਵਿਡ ਤੋਂ ਠੀਕ ਹੋਏ ਨੇ। ਦਿੱਲੀ 'ਚ ਇਨਫੈਕਸ਼ਨ ਦਰ ਘਟ ਕੇ 16.36% ਹੋ ਗਈ ਹੈ। ਬਿਆਨ ਮੁਤਾਬਿਕ ਦਿੱਲੀ 'ਚ ਹੁਣ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 58,593 ਰਹਿ ਗਈ ਹੈ। ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ ਦੇ ਆਗੂਆਂ ਨੇ ਵਿਧਾਨ ਸਭਾ ਸਪੀਕਰ ਰਾਮ ਨਿਵਾਸ ਗੋਇਲ ਨੂੰ 2 ਮੰਗ ਪੱਤਰ ਸੌਂਪੇ, ਜਿਸ ਵਿੱਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਜੇਲ੍ਹ ਤੋਂ ਪੰਜਾਬ ਟ੍ਰਾਂਸਫਰ ਕਰਨ ਸੰਬੰਧੀ ਅਪੀਲ ਕੀਤੀ ਗਈ ਹੈ। ਇਸ ਗੱਲ ਦਾ ਖੁਲਾਸਾ ਕਰਦੇ ਹੋਏ ਰਿਹਾਈ ਮੋਰਚਾ ਦੇ ਕਾਰਜਕਾਰਨੀ ਬੋਰਡ ਮੈਂਬਰ ਡਾਕਟਰ ਪਰਮਿੰਦਰਪਾਲ ਨੇ ਦੱਸਿਆ ਕਿ ਅਸੀਂ ਸਪੀਕਰ ਨੂੰ ਦੋਵਾਂ ਮਾਮਲਿਆਂ ਬਾਰੇ ਵਿਸਤਾਰ ਨਾਲ ਦੱਸ ਦਿੱਤਾ ਹੈ। ਇਸ ਦੇ ਨਾਲ ਹੀ ਵਫਦ ਨੇ ਸਪੀਕਰ ਨੂੰ ਦੱਸਿਆ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰਨ ਦਾ ਫੈਸਲਾ ਸਰਕਾਰ ਦੇ ਸਜ਼ਾ ਸਮੀਖਿਆ ਬੋਰਡ ਦੁਆਰਾ 4 ਵਾਰ ਰੱਦ ਕੀਤਾ ਜਾ ਚੁੱਕਿਆ ਹੈ। ਜੰਮੂ ਕਸ਼ਮੀਰ ਨੇ ਕੋਵਿਡ ਦੀ ਤੀਜੀ ਲਹਿਰ ਦੀ ਚੁਣੌਤੀ ਵਿਚਾਲੇ ਵੱਖ-ਵੱਖ ਉਮਰ ਵਰਗ ਵਿੱਚ 2 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ ਟੀਕੇ ਦੀ ਖੁਰਾਕ ਦੇਣ ਦਾ ਰਿਕਾਰਡ ਬਣਾਇਆ। ਇਸ ਪ੍ਰਾਪਤੀ ਲਈ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਸੇਵਾ ਅਤੇ ਫਰੰਟਲਾਈਨ ਕਰਮਚਾਰੀਆਂ ਦੀ ਕੋਸ਼ਿਸ਼ਾਂ ਦੀ ਤਾਰੀਫ ਕੀਤੀ ਹੈ। ਇਨ੍ਹਾਂ ਕਰਮਚਾਰੀਆਂ ਨੇ ਔਖੇ ਭੂਗੋਲਿਕ ਖੇਤਰ, ਮੌਸਮ ਦੀ ਅਨਿਸ਼ਚਿਤਤਾ ਅਤੇ ਹੋਰ ਬਹੁਤ ਸਾਰੀਆਂ ਰੁਕਾਵਟਾਂ ਦੇ ਮੱਦੇਨਜ਼ਰ ਟੀਕਾਕਰਨ ਦਾ ਲੰਬੇ ਸਮੇਂ ਦਾ ਟੀਚਾ ਹਾਸਲ ਕੀਤਾ। ਲੈਫਟੀਨੈਂਟ ਗਵਰਨਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਨੂੰ ਉਨ੍ਹਾਂ ਦੇ ਸਾਥ ਤੇ ਸਾਰਵਜਨਿਕ ਸਿਹਤ ਸੰਕਟ ਕਾਲੀਨ 'ਚ ਇਕੱਠੇ ਹੋ ਕੇ ਨਜਿੱਠਣ ਲਈ ਵਧਾਈ ਦਿੱਤੀ ਹੈ।
ਵਿਧਾਨ ਸਭਾ ਖੇਤਰ ਸ਼ਾਹਪੁਰ ਦੇ ਪਿੰਡ ਮਹਾੜ ਦੇ ਨੌਜਵਾਨ ਦੀ ਦੁਬਈ 'ਚ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਨੌਜਵਾਨ 2.5 ਸਾਲ ਪਹਿਲਾਂ ਹੀ ਵਿਦੇਸ਼ ਗਿਆ ਸੀ। ਨੌਜਵਾਨ ਉੱਥੇ ਮਜ਼ਦੂਰੀ ਦਾ ਕੰਮ ਕਰਦਾ ਸੀ। ਦੇਰ ਰਾਤ ਕੰਮ ਕਰਦੇ ਹੋਏ ਮਲਬਾ ਉੱਪਰ ਡਿੱਗਣ ਦੇ ਨਾਲ ਇਹ ਹਾਦਸਾ ਵਾਪਰਿਆ। ਇਸ ਹਾਦਸੇ 'ਚ ਬਿਹਾਰ ਦੇ ਵੀ ਕੁਝ ਨੌਜਵਾਨਾਂ ਦੀ ਮੌਤ ਦੀ ਸੂਚਨਾ ਹੈ। ਸਵੇਰ ਤੋਂ ਹੀ ਹੋ ਰਹੀ ਬਾਰਿਸ਼ ਤੇ ਖਰਾਬ ਮੌਸਮ ਵਿਚਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਲੀ ਦੇ ਕੈਰਾਨਾ ਪੁੱਜੇ। ਇਸ ਦੌਰਾਨ ਜਨ ਸੰਪਰਕ ਪ੍ਰੋਗਰਾਮ ਵਿੱਚ ਉਹਨਾਂ ਦੇ ਨਾਲ ਕੈਰਾਨਾ ਤੋਂ ਭਾਜਪਾ ਉਮੀਦਵਾਰ ਮ੍ਰਿਗਾਂਕਾ ਸਿੰਘ ਗੰਨੀ, ਕੈਬਨਿਟ ਮੰਤਰੀ ਸੁਰੇਸ਼ ਰਾਣਾ ਤੇ ਸੰਸਦ ਪ੍ਰਦੀਪ ਚੌਧਰੀ ਵੀ ਸਨ। ਅਮਿਤ ਸ਼ਾਹ ਨੇ ਲੋਕਾਂ ਤੋਂ ਘਰ ਘਰ ਜਾ ਕੇ ਆਉਣ ਵਾਲੀ 10 ਫਰਵਰੀ ਨੂੰ ਭਾਜਪਾ ਦੇ ਲਈ ਵੋਟ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਸਿਰਫ 5 ਲੋਕ ਜਾ ਸਕਦੇ ਨੇ, ਪਰ ਸ਼ਾਹ ਦੇ ਪ੍ਰਚਾਰ ਦੌਰਾਨ ਭਾਰੀ ਭੀੜ ਵੇਖੀ ਗਈ। ਪੰਜਾਬ ਵਿਧਾਨ ਸਭਾ ਚੋਣਾਂ 'ਚ 1 ਮਹੀਨੇ ਤੋਂ ਘੱਟ ਸਮਾਂ ਬਾਕੀ ਬਚਿਆ। ਅਜਿਹੇ 'ਚ ਸੂਬੇ ਦੀ ਸਿਆਸੀ ਹਲਚਲ ਦਰਮਿਆਨ ਡੇਰਿਆਂ ਨੂੰ ਲੈ ਕੇ ਵੀ ਚਰਚਾਵਾਂ ਤੇਜ਼ ਨੇ। ਪੰਜਾਬ ਦੀਆਂ ਚੋਣਾਂ ਤੇ ਡੇਰੇ ਕਿਸ ਹੱਦ ਤੱਕ ਅਸਰ ਪਾ ਸਕਦੇ ਨੇ, ਇਸ ਗੱਲ ਦਾ ਅੰਦਾਜ਼ਾ ਇਹਨਾਂ ਦੀ ਗਿਣਤੀ ਤੋਂ ਲਗਾਇਆ ਜਾ ਸਕਦਾ ਹੈ। ਅੰਕੜੇ ਦੱਸਦੇ ਨੇ ਕਿ ਸੂਬੇ ਵਿੱਚ 10,000 ਤੋਂ ਵੱਧ ਡੇਰੇ ਨੇ, ਜਿਨ੍ਹਾਂ ਨਾਲ ਜੁੜੇ ਲੋਕਾਂ ਦੀ ਗਿਣਤੀ ਲੱਖਾਂ ਵਿੱਚ ਹੈ। ਪਹਿਲਾਂ ਹੋਈਆਂ ਚੋਣਾਂ ਵਿੱਚ ਵੀ ਕਈ ਵੱਡੇ ਸਿਆਸਤਦਾਨਾਂ ਨੂੰ ਡੇਰਿਆਂ ਦੇ ਦਰਵਾਜ਼ੇ ਤੇ ਦੇਖਿਆ ਗਿਆ ਹੈ। ਸੂਬੇ ਵਿੱਚ 300 ਵੱਡੇ ਡੇਰੇ ਅਜਿਹੇ ਵੀ ਨੇ ਜੋ ਚੋਣਾਂ ਤੇ ਸਿੱਧਾ ਅਸਰ ਪਾਉਂਦੇ ਨੇ। ਦੇਸ਼ ਦੇ 5 ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦੀ ਅੱਜ ਡਿਜੀਟਲ ਬੈਠਕ ਹੋਈ। ਇਸ ਬੈਠਕ ਵਿੱਚ ਚੋਣ ਕਮਿਸ਼ਨ ਨੇ ਸਾਫ਼ ਕੀਤਾ ਹੈ ਕਿ ਰੈਲੀਆਂ ਜਲੂਸਾਂ ਤੇ ਪਾਬੰਦੀ ਨਹੀਂ ਹਟਾਈ ਜਾਵੇਗੀ। ਰੈਲੀਆਂ, ਰੋਡ ਤੇ ਬਾਈਕ ਸ਼ੋਅ ਤੇ ਪਾਬੰਦੀ ਜਾਰੀ ਰਹੇਗੀ। ਹਾਲਾਂਕਿ ਕਮਿਸ਼ਨ ਨੇ ਇਸ ਵਾਰ ਸਿਆਸੀ ਦਲਾਂ ਨੂੰ ਪ੍ਰਚਾਰ 'ਚ ਥੋੜੀ ਛੋਟ ਦਿੱਤੀ ਹੈ। ਇਸ ਤੋਂ ਪਹਿਲਾਂ ਕਮਿਸ਼ਨ ਨੇ ਇੰਡੋਰ ਬੈਠਕਾਂ 'ਚ ਵੱਧ ਤੋਂ ਵੱਧ 300 ਲੋਕਾਂ 'ਚ ਹਾਲ ਦੀ 50% ਸਮਰਥਨ ਨਾਲ ਬੈਠਕ ਦੀ ਮਨਜ਼ੂਰੀ ਦਿੱਤੀ ਸੀ। ਦੱਸਣਯੋਗ ਹੈ ਕਿ 8 ਜਨਵਰੀ ਨੂੰ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ, ਪੰਜਾਬ ਤੇ ਮਨੀਪੁਰ 'ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਦੇ ਹੋਏ ਚੋਣ ਕਮਿਸ਼ਨ ਨੇ 15 ਜਨਵਰੀ ਤੱਕ ਸਾਰੀਆਂ ਰੈਲੀਆਂ, ਰੋਡ ਤੇ ਬਾਈਕ ਸ਼ੋਅ, ਇਸ ਤਰ੍ਹਾਂ ਦੇ ਪ੍ਰਚਾਰ ਪ੍ਰੋਗਰਾਮਾਂ ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ। ਕਮਿਸ਼ਨ ਨੇ 15 ਜਨਵਰੀ ਨੂੰ ਇਹਨਾਂ ਪਾਬੰਦੀਆਂ ਦੀ ਮਿਆਦ 22 ਜਨਵਰੀ ਤੱਕ ਵਧਾ ਦਿੱਤੀ ਸੀ। ਯੂਰਪੀ ਦੇਸ਼ਾਂ ਦੀਆਂ ਰਾਜਧਾਨੀਆਂ ਵਿੱਚ ਬੀਤੇ ਦਿਨੀ ਹਜ਼ਾਰਾਂ ਲੋਕਾਂ ਨੇ ਸੜਕਾਂ ਤੇ ਉਤਰ ਕੇ ਵੈਕਸੀਨ, ਪਾਸਪੋਰਟ ਅਤੇ ਸਰਕਾਰਾਂ ਦੁਆਰਾ ਲਗਾਈਆਂ ਗਈਆਂ ਹੋਰ ਸ਼ਰਤਾਂ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ। ਹੈਲਸਿੰਕੀ ਦੇ ਨਾਲ-ਨਾਲ ਐਥਨਜ਼, ਲੰਡਨ, ਪੈਰਿਸ ਤੇ ਸਟਾਕਹੋਮ ਵਿੱਚ ਵੀ ਵਿਰੋਧ ਪ੍ਰਦਰਸ਼ਨ ਹੋਏ। ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਲਾਗੂ ਕੀਤੇ ਜਾ ਰਹੇ ਕਰੋਨਾ ਪਾਸ ਦੇ ਵਿਰੋਧ 'ਚ ਹਜ਼ਾਰਾਂ ਲੋਕ ਸੜਕਾਂ ਤੇ ਉਤਰ ਆਏ। ਇਸ ਪਾਸ ਦੇ ਲਾਗੂ ਹੋਣ ਨਾਲ ਟੀਕਾਕਰਨ ਨਾ ਕਰਵਾਉਣ ਵਾਲਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਨੂੰ ਘਰੇਲੂ ਉਡਾਨਾਂ, ਖੇਡ ਸਮਾਗਮਾਂ, ਬਾਰਾਂ, ਸਿਨੇਮਾ ਹਾਲਾਂ ਆਦਿ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ। ਸਵੀਡਨ ਵਿੱਚ ਵੀ ਇੱਕ ਬੰਦ ਜਗ੍ਹਾ ਵਿੱਚ 50 ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਲਈ ਇੱਕ ਵੈਕਸੀਨ ਸਰਟੀਫਿਕੇਟ ਲਾਜ਼ਮੀ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ। ਚੜ੍ਹਦੀ ਕਲਾ ਫਾਸਟ ਨਿਊਜ਼।